जी आया नूं प्यारे विद्यार्थियों 11वीं ਅਤੇ 12ਵੀਂ ਜਮਾਤ ਦੀ ਇੰਗਲਿਸ਼ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 8 ਚੇਂਜ ਆਫ ਵੌਇਸ ਉਸ ਦੀਆਂ ਅਗਲੀਆਂ 3 ਅਤੇ ਆਖਰੀ ਐਕਸਰਸਾਈਜ਼ਸ 32 33 ਅਤੇ 34 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਐਕਸਪਲੇਨੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣੋ, ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ ਤੇ ਮਗਰੋਂ ਦੀ ਇਹਨਾਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। सो चेंज दी वॉइस अर्थात अगर एक्टिव वॉइस है तो पैसिव वॉइस कर दो, तो जे पैसिव वॉइस है तो एक्टिव वॉइस कर दो। प्लीज़ शेयर यूर एक्सपीरियंसिस विद अस, कृपा करके अपने तजर्बे साडे नाल सांझे करो। जिथे प्लीज़ आ जाए बच्चे उत्थे शुरू करना यू आर रिक्वेस्टेड, तो टू लिख के सारा प्लीज़ हटा के जो लिखा सारा लिख देना, बड़ा सौखा है बड़ा। सो यू आर रिक्वेस्टेड टू शेयर यूर एक्सपीरियंस विद अस अर्थात ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰਨ ਲਈ। ਸੋ ਵਟ ਇਜ਼ ਸ਼ੀ ਆਸਕਿੰਗ ਫॉर, ਉਹ ਕੀ ਮੰਗ ਰਹੀ ਹੈ, ਕੀ ਪੁੱਛ ਰਹੀ ਹੈ। ਸੋ ਵਟ ਦਾ ਵਟ ਇੱਥੇ ਰਹੇਗਾ, ਇਜ਼ ਰਹੇਗਾ ਤੇ ਵਟ ਇਜ਼ ਆਸਕਿੰਗ ਹੈਗਾ ਤੇ ਬੀਇੰਗ ਆਸਕਡ। ਵਟ ਇਜ਼ ਬੀਇੰਗ ਆਸਕਡ ਫॉर, ਕਿਉਂਕਿ ਫॉर ਪ੍ਰੈਪੋਜੀਸ਼ਨ ਹੈ, ਵਰਬ ਨਾਲ ਜੁੜਿਆ ਤੇ ਇਹਨੂੰ ਵਰਬ ਦੇ ਨਾਲ ਜੋੜ ਕੇ ਹੀ ਰੱਖਣਾ ਹੈ। ਸੋ ਵਟ ਇਜ਼ ਬੀਇੰਗ ਆਸਕਡ ਫॉर ਬਾਏ, ਸ਼ੀ ਦਾ ਬਣ ਜਾਏਗਾ ਹਰ, ਵਟ ਇਜ਼ ਬੀਇੰਗ ਆਸਕਡ ਬਾਏ ਹਰ। फिर हैगा आई हैल्प हिम इन हिज लर्निंग डेज अर्थात ਉਹਦੀ ਟ੍ਰੇਨਿੰਗ ਦੇ, ਉਹਦੀ ਸਿੱਖਿਆ ਦੇ ਦਿਨਾਂ ਵਿੱਚ, ਉਹਦੀ ਸਿਖਾਈ ਦੇ ਦਿਨਾਂ ਵਿੱਚ ਮੈਂ ਉਹਦੀ ਮਦਦ ਕੀਤੀ। ਸੋ ਆਈ ਹੈਲਪਡ ਹਿਮ, ਇਹ ਮੇਨ ਸੈਂਟੈਂਸ ਹੈਗਾ, ਦੇਖੋ ਇਹ ਮੇਨ। ਸੋ ਹੀ ਹੈਲਪ ਦਾ ਬਣੇਗਾ ਵਾਜ਼ ਹੈਲਪਡ, ਸੋ ਹੀ ਵਾਜ਼ ਹੈਲਪਡ ਬਾਈ ਮੀ, ਹੀ ਵਾਜ਼ ਹੈਲਪਡ ਬਾਈ ਮੀ ਹੈ ਹੋ ਗਿਆ ਤੇ ਅੱਗੇ ਇਹ ਜੋੜ ਦੇਣਾ ਇਨ ਹਿਜ ਲਰਨਿੰਗ डेज, ठीक है। फिर नन शुड शर्क वर्क, शर्क होंगे बच्चों काम तो जी चुराना, काम चोरी करनी। नन मैंने किसी भी नहीं, शुड चाहिदा, नन शुड शर्क वर्क का मतलब है किसी भी काम तो जी नहीं चुराना चाहिदा। सो बन जाएगा वर्क, शुड शर्क का बन जाएगा शुड बी शर्कड, ठीक है। सो वर्क शुड बी शर्कड बाय नन, ठीक है। आगे चलिए, वाई आर दे शाउटिंग एट यू। ਹੁਣ ਬੱਚੋ ਸ਼ਾਊਟਿੰਗ ਐਟ ਇਹ ਬਣ ਜਾਏਗਾ ਬੀਇੰਗ ਸ਼ਾਊਟਡ ਐਟ, ਬੀਇੰਗ ਸ਼ਾਊਟਡ ਐਟ ਪ੍ਰੈਪੋਜੀਸ਼ਨ ਹੈ, ਇਹਨੂੰ ਵਰਬ ਦੇ ਨਾਲ ਜੋੜ ਕੇ ਰੱਖਣਾ ਹੈ ਜਿੱਦਾਂ ਇੱਥੇ ਹੈਗਾ। ਸੋ ਸ਼ਾਊਟਿੰਗ ਐਟ ਦਾ ਬਣ ਜਾਏਗਾ ਬੀਇੰਗ ਸ਼ਾਊਟਡ ਐਟ, ਤੇ ਵਾਈ ਦਾ ਇੱਥੇ ਰਹੇਗਾ ਤੇ ਆਰ ਪਹਿਲੇ ਆਏਗਾ, ਬੀ ਦਾ ਜਿਹੜਾ ਹੁੰਦਾ ਹੈ ਮਤਲਬ ਕਿ ਹੈਲਪਿੰਗ ਵਰਬ। ਸੋ ਵਾਈ ਆਰ, ਯੂ ਇੱਥੋਂ ਲੈਣਾ ਹੈ, ਵਾਈ ਆਰ ਯੂ ਬੀਇੰਗ ਸ਼ਾਊਟਡ ਐਟ ਬਾਏ, ਦੇ ਦਾ ਬਣ ਜਾਏਗਾ them, ठीक है। आगे चलिए, डू इट एट वंस, ਇਹਨੂੰ ਹੁਣੇ ਕਰੋ, ठीक है। सो ਇਹਨੂੰ ਤਿੰਨ ਢੰਗ ਨਾਲ ਲਿਖ ਸਕਦੇ ਹਾਂ, let it be done at once, it should be done at once, ਤੇ ਜਾਂ ਕਹਿ ਸਕਦੇ ਹਾਂ you are ordered to do it at once, ਇਹਨੂੰ ਹੁਣੇ ਕਰਨ ਲਈ ਤੁਹਾਨੂੰ ਹੁਕਮ ਦਿੱਤਾ ਜਾਂਦਾ ਹੈ। they admit their mistakes, ਉਹ ਆਪਣੀ ਗਲਤੀਆਂ ਮੰਨਦੇ ਹਨ। ਸੋ their mistakes, admit ਦਾ ਬਣ ਜਾਏਗਾ ਕਿਉਂਕਿ ਇਹ present tense ਹੈ, are admitted by, ਦੇ ਦਾ ਬਣ ਗਿਆ them, their mistakes are admitted by them। अगला आ गया do what pleases you, do what pleases you ਦਾ ਮਤਲਬ ਹੈ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਕਰੋ। do what pleases you ਅਰਥਾਤ ਜਿਹਦੇ ਨਾਲ ਤੈਨੂੰ ਖੁਸ਼ੀ ਮਿਲਦੀ ਹੈ ਉਹ ਕਰ, ਠੀਕ ਹੈ, ਜਾਂ ਜੋ ਚੰਗਾ ਲੱਗਦਾ ਹੈ ਉਹ ਕਰ, ਠੀਕ ਹੈ। ਸੋ ਇਹਨੂੰ ਕਿੱਦਾਂ ਕਹਾਂਗੇ, let what pleases you be done, ठीक है। ਤੇ ਜਾਂ ਕਹਾਂਗੇ what pleases you may be done, ਇੱਥੇ should ਨਹੀਂ ਆਏਗਾ, ਇੱਥੇ may ਹੈਗਾ, ਚੋਣ ਹੈਗੀ, ਚੋਇਸ ਹੈਗੀ ਵੀ ਤੇਰੀ ਇੱਛਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ ਉਹ ਤੂੰ ਕਰ ਸਕਦਾ ਹੈ। ਸੋ what pleases you may be done। ਅੱਗੇ ਚਲਿਏ, ਫਿਰ ਆगे live your dreams ਅਰਥਾਤ ਆਪਣੇ ਸੁਪਨਿਆਂ ਨੂੰ ਜੀ, ਅਰਥਾਤ ਜੋ ਤੇਰੇ ਸੁਪਨੇ ਨੇ ਉਹਨਾਂ ਨੂੰ ਹੋਂਦ ਦੇ ਵਿੱਚ ਲੈ ਕੇ ਆ। ਜੋ ਤੂੰ, ਜੇ ਤੇਰਾ ਮਨ ਹੈ ਮੈਂ ਪਾਇਲਟ ਬਣਨਾ ਹੈ ਤੇ ਤੂੰ ਪਾਇਲਟ ਦੀ ਟ੍ਰੇਨਿੰਗ ਜੁਆਇਨ ਕਰ, ਜੇ ਤੇਰਾ ਮਨ ਹੈ ਮੈਂ ਡਾਕਟਰ ਬਣਾ ਤੇ ਤੂੰ ਫਿਰ ਮੈਡੀਕਲ ਦੇ ਸਬਜੈਕਟ ਲੈ ਤੇ ਡਟ ਕੇ ਮਿਹਨਤ ਕਰ, ਠੀਕ ਹੈ ਨਾ। ਸੋ ਇਹਦਾ ਲਿਵ ਯੋਰ ਡ੍ਰੀਮਸ ਦਾ ਮਤਲਬ ਵੀ ਜੋ ਤੇਰੇ ਸੁਪਨੇ ਨੇ ਤੂੰ ਉਹਨੂੰ ਜੀ। ਸੋ ਇਹਨੂੰ ਕਿੱਦਾਂ ਕਵਾਂਗੇ, ਲੈਟ ਯੂਰ ਡ੍ਰੀਮਸ ਬੀ ਲਿਵਡ, ਠੀਕ ਹੈ, ਜਾਂ ਫਿਰ ਕਵਾਂਗੇ ਯੂਰ ਡ੍ਰੀਮਸ ਸ਼ੁੱਡ ਬੀ ਲਿਵਡ, ਠੀਕ ਹੈ। ਅੱਗੇ ਚਲਿए, ਸੋ सुधा was offered the job by Telco, ठीक है। सो टेल्को कंपनी का नाम है, टाटा दी शायद कंपनी एक है टेल्को। सुधा was offered the job by Telco अर्थात
ਹੁਣ ਇਹ ਵਾਜ਼ ਆਫਰਡ, ਦੇਖੋ ਵਾਜ਼ ਆਫਰਡ, ਇਹਦਾ मतलब कि ਇਹ ਪੈਸਿਵ ਵੌਇਸ ਹੈਗਾ, ਇਹ ਪੈਸਿਵ ਵੌਇਸ ਹੈ। ਅਰਥਾਤ ਟੈਲਕੋ ਦੁਆਰਾ ਸੁਧਾ ਨੂੰ ਜੌਬ ਆਫਰ ਕੀਤਾ ਗਿਆ। ਤੈਨੂੰ ਕਿੱਦਾਂ ਕਵਾਂਗੇ? ਦੋ ਢੰਗ ਨੇ, ਟੈਲਕੋ ਆਫਰਡ ਸੁਧਾ ਦੀ ਜੌਬ, ਤੇ ਜਾਂ ਕਵਾਂਗੇ ਟੈਲਕੋ ਆਫਰਡ ਦੀ ਜੌਬ ਟੂ ਸੁਧਾ। ਸੋ ਇਹ ਦੋਨੋਂ ਢੰਗ ਦੇ ਨਾਲ ਅਸੀਂ ਲਿਖ ਸਕਦੇ ਹਾਂ। ਇਹ ਦੋਨਾਂ ਦਾ ਅਭਿਆਸ ਤੁਸੀਂ ਕਰ ਲੈਣਾ ਹੈ। ਅੱਗੇ ਦੇਖੀਏ, ਡਿਸਿਪਲਿਨ ਯੂਅਰ ਲਾਈਫ, ਅਰਥਾਤ ਆਪਣੀ ਜ਼ਿੰਦਗੀ ਨੂੰ ਅਨੁਸ਼ਾਸਿਤ ਕਰੋ, ਅਨੁਸ਼ਾਸਨ ਵਿੱਚ ਲੈ ਕੇ ਆਓ। ਸੋ ਇਹਨੂੰ ਇੱਕ ਨੇਕ ਸਲਾਹ ਹੈਗੀ ਹੈ। ਸੋ ਅਸੀਂ ਇਹਨੂੰ ਸਲਾਹ ਦੇ ਤੌਰ ਤੇ ਵੀ ਕਹਿ ਸਕਦੇ ਹਾਂ, ਤੇ ਤਿੰਨ ਤਰੀਕਿਆਂ ਨਾਲ ਅਸੀਂ ਕਹਿੰਦੇ ਹਾਂ। ਲੈਟ ਯੂਅਰ ਲਾਈਫ ਬੀ ਡਿਸਿਪਲਿਨਡ, ਇੱਥੇ ਡਿਸਿਪਲਿਨ ਜਿਹੜਾ ਬੱਚਿਓ ਇਹ ਵਰਬ ਹੈਗੀ ਹੈ, ਠੀਕ ਹੈ। ਡਿਸਿਪਲਿਨ ਯੂਅਰ ਲਾਈਫ, ਆਪਣੀ ਜ਼ਿੰਦਗੀ ਨੂੰ ਅਨੁਸ਼ਾਸਿਤ ਕਰੋ, ਠੀਕ ਹੈ। ਡਿਸਿਪਲਿਨ ਨਾउन ਵੀ ਹੈਗਾ ਤੇ ਡਿਸਿਪਲਿਨ ਵਰਬ ਵੀ ਹੈਗਾ। ਇੱਥੇ ਡਿਸਿਪਲਿਨ ਵਰਬ ਦੇ ਤੌਰ ਤੇ ਵਰਤਿਆ ਜਾਂਦਾ। ਜਾਂ ਫਿਰ ਕਹਾਂਗੇ ਯੂਅਰ ਲਾਈਫ ਸ਼ੁੱਡ ਬੀ ਡਿਸਿਪਲਿਨਡ, ਜਾਂ ਯੂ ਆਰ ਐਡਵਾਈਜ਼ਡ ਟੂ ਡਿਸਿਪਲਿਨ ਯੂਅਰ ਲਾਈਫ, ਠੀਕ ਹੈ। ਅੱਗੇ ਗ੍ਰੈਂਡ ਮਦਰ ਰਿਸਾਈਟਡ ਦੀ ਹਿਮਸ ਡੇਲੀ। ਹਿਮਸ ਹੁੰਦਾ ਹੈ ਬੱਚਿਓ ਜਿੱਦਾਂ ਪਾਠ ਅਸੀਂ ਕਰਦੇ ਹਾਂ, ਹਨਾ। ਸੋ ਰਿਸਾਈਟ ਹੁੰਦਾ ਵੀ ਪਾਠ ਕਰਨਾ, ਠੀਕ ਹੈ। ਗ੍ਰੈਂਡ ਮਦਰ ਰਿਸਾਈਟਡ ਦੀ ਹਿਮਸ ਡੇਲੀ, ਅਰਥਾਤ ਦਾਦੀ ਜਾਂ ਨਾਨੀ ਰੋਜ਼ ਬਾਣੀ ਪੜ੍ਹਦੀ ਸੀ, ਹਨਾ, ਰੋਜ਼ ਸ਼ਬਦ ਪੜ੍ਹਦੀ ਸੀ, ਠੀਕ ਹੈ। ਸੋ ਦੀ ਹਿਮਸ ਵਰ ਰਿਸਾਈਟਡ ਬਾय ਗ੍ਰੈਂਡ ਮਦਰ ਡੇਲੀ। ਸੋ ਰਿਸਾਈਟਡ ਦਾ ਬਣ ਜਾਏਗਾ, ਕਿਉਂਕਿ ਹਿਮਸ ਬਹੁਵਚਨ ਹੈ, ਸੋ ਵਰ ਰਿਸਾਈਟਡ, ਅਰਥਾਤ ਸ਼ਬਦ ਪੜ੍ਹੇ ਜਾਂਦੇ ਸਨ ਬਾय ਗ੍ਰੈਂਡ ਮਦਰ ਡੇਲੀ, ਦਾਦੀ ਦੁਆਰਾ ਜਾਂ ਨਾਨੀ ਦੁਆਰਾ ਰੋਜ਼। ਲੈਟ them ਅਪੋਜ਼ ਮੀ, ਠੀਕ ਹੈ। ਲੈਟ them ਅਪੋਜ਼ ਮੀ ਮਤਲਬ ਕਿ ਉਹ ਮੇਰਾ ਟਾਕਰਾ ਕਰਕੇ ਦੇਖ ਲੈਣ, ਮੇਰਾ ਵਿਰੋਧ ਕਰਕੇ ਦੇਖ ਲੈਣ, ਠੀਕ ਹੈ। ਤੈਨੂੰ ਕਿੱਦਾਂ ਕਹਾਂਗੇ? ਲੈਟ ਮੀ ਬੀ ਅਪੋਜ਼ਡ ਬਾय them, ਲੈਟ ਮੀ ਬੀ ਅਪੋਜ਼ਡ ਬਾय, ਲੈਟ ਦੇ ਬਾਅਦ ਬੱਚੋ ਆਈ ਨਹੀਂ ਆਉਂਦਾ ਕਦੀ, ਲੈਟ ਦੇ ਨਾਲ ਮੀ ਆਉਂਦਾ, ਜਾਂ ਲੈਟ ਮੀ ਗੋ, ਲੈਟ ਮੀ ਸਿਟ, ਜਾਂ ਲੈਟ ਮੀ ਪਾਸ ਥਰੂ, ਹਨਾ, ਇਸ ਤਰ੍ਹਾਂ ਹੁੰਦਾ। ਸੋ ਮੇ ਆਈ ਬੋਰੋ ਯੂਅਰ ਕਾਰ, ਕੀ ਮੈਂ ਤੁਹਾਡੀ ਕਾਰ ਵਰਤਣ ਲਈ ਉਧਾਰ ਲੈ ਸਕਦਾ? ਸੋ ਮੇ ਯੂਅਰ ਕਾਰ ਬੀ, ਕਿਉਂਕਿ ਮੇ ਦੇ ਨਾਲ ਬੀ ਲੱਗੇਗਾ, ਬੀ ਬੋਰੋਡ, ਠੀਕ ਹੈ। ਮੇ ਯੂਅਰ ਕਾਰ ਬੀ ਬੋਰੋਡ ਬਾय ਮੀ। ਅੱਗੇ ਚਲੀਏ, ਦੀ ਟੀਚਰ ਟੌਟ ਅਸ ਨਿਊ ਕਨਸੈਪਟਸ। ਹੁਣ ਦੇਖੋ ਬੱਚੇ ਇੱਥੇ ਦੋ ਆਬਜੈਕਟ ਨੇ, ਇੱਕ ਅਸ ਹੈਗਾ ਤੇ ਇੱਕ ਨਿਊ ਕਨਸੈਪਟਸ ਹੈਗਾ, ਠੀਕ ਹੈ। ਸੋ ਅਸੀਂ ਦੋਨਾਂ ਨੂੰ ਵਾਰੀ-ਵਾਰੀ ਲੈ ਕੇ ਕਰ ਸਕਦੇ ਹਾਂ। ਸੋ ਪਹਿਲੇ ਨਿਊ ਕਨਸੈਪਟਸ ਲੈਂਦੇ ਹਾਂ। ਨਿਊ ਕਨਸੈਪਟਸ ਵਰ ਟੌਟ, ਟੌਟ ਦਾ ਬਣ ਜਾਏਗਾ ਵਰ ਟੌਟ, ਕਿਉਂਕਿ ਕਨਸੈਪਟ ਜਿਹੜਾ ਹੈਗਾ ਉਹ ਬਹੁਵਚਨ ਹੈ, ਸੋ ਵਾਜ਼ ਨਹੀਂ ਹੈਗਾ, ਵਰ ਆਏਗਾ। ਨਿਊ ਕਨਸੈਪਟਸ ਵਰ ਟੌਟ ਟੂ ਅਸ ਬਾय ਦੀ ਟੀਚਰ, ਇੱਕ ਤਰੀਕਾ ਹੈ ਵੇ। ਤੇ ਦੂਜਾ ਇਧਰੋਂ ਸ਼ੁਰੂ ਕਰ ਸਕਦੇ ਹਾਂ, ਅਸ ਦਾ ਬਣ ਜਾਏਗਾ we were taught new concepts by the teacher। ਇਹ ਦੋਨਾਂ ਦਾ ਤੁਸੀਂ ਅਭਿਆਸ ਕਰਨਾ ਹੈ, ਠੀਕ ਹੈ। ਇਸ ਤਰੀਕੇ ਨਾਲ ਦੋਨੋਂ ਢੰਗ ਠੀਕ ਨੇ। we must acknowledge the salute, salute acknowledge ਬਣੇ ਉਹਨੂੰ ਜਵਾਬ ਦੇਣਾ, ਉਹਨੂੰ ਪ੍ਰਵਾਨ ਕਰਨਾ, ਅਰਥਾਤ ਸਾਨੂੰ ਸਲਾਮ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ। ਸੋ ਦੀ ਸੈਲਿਊਟ ਮਸਟ ਬੀ ਐਕਨੋਲੇਜਡ, ਮਸਟ ਐਕਨੋਲੇਜ ਦਾ ਬਣ ਜਾਏਗਾ ਮਸਟ ਬੀ ਐਕਨੋਲੇਜਡ ਬਾय, ਵੀ ਦਾ ਬਣ ਜਾਏਗਾ ਅਸ, ਠੀਕ ਹੈ। We could not accept your proposal, ਅਸੀਂ ਤੁਹਾਡਾ ਜਿਹੜਾ ਸੁਝਾਅ ਸੀ ਉਹਨੂੰ ਪ੍ਰਵਾਨ ਨਹੀਂ ਕਰ ਸਕਦੇ ਸੀ, ਉਹਨੂੰ ਕਬੂਲ ਨਹੀਂ ਕਰ ਸਕਦੇ ਸੀ, ਸਵੀਕਾਰ ਨਹੀਂ ਕਰ ਸਕਦੇ ਸੀ। ਸੋ could not accept ਦਾ ਬਣ ਜਾਏਗਾ could not be accepted, could not be accepted। ਬਾਕੀ ਤਾਂ ਬੜਾ ਸੌਖਾ ਹੈ, could not be accepted ਦਿਮਾਗ 'ਚ ਬਿਠਾ ਲਓ। ਸੋ your proposal could not be accepted by, we ਦਾ ਬਣ ਜਾਏਗਾ us, ਠੀਕ ਹੈ। ਅੱਗੇ who is creating chaos ਹੈਗਾ, chaos in the ਸਟਰੀਟਸ। ਕੇਓਸ ਹੁੰਦਾ ਬੱਚਾ ਰੌਲਾ ਗੋਲਾ, ਠੀਕ ਹੈ, ਰੌਲਾ ਗੋਲਾ ਹੁੰਦਾ ਨਾ, ਉਹਨੂੰ ਕਹਿੰਦੇ ਕੇਓਸ, ਅਰਥਾਤ ਗਲੀਆਂ ਵਿੱਚ ਰੌਲਾ ਗੋਲਾ ਕੌਣ ਪਾ ਰਿਹਾ ਹੈ। ਸੋ ਇਹ ਜਗ੍ਹਾ ਹੂ ਦਾ ਬਣ ਜਾਏਗਾ ਬਾਈ ਹੂਮ, ਤੇ ਕੇਓਸ ਬੱਚਿਓ ਪਲੂਰਲ ਨਹੀਂ ਹੈਗਾ, ਇਸ ਕਰਕੇ ਇਹਨੂੰ ਪਲੂਰਲ ਨਾ ਸਮਝਣਾ, ਇਹ ਸਿੰਗੂਲਰ ਸ਼ਬਦ ਹੈ। ਸੋ ਬਾਈ ਹੂਮ ਇਜ਼ ਕੇਓਸ, ਕ੍ਰੀਏਟਿੰਗ ਦਾ ਬਣ ਜਾਏਗਾ ਬੀਇੰਗ ਕ੍ਰੀਏਟਿਡ, ਬੀਇੰਗ ਕ੍ਰੀਏਟਿਡ, ਬਾਈ ਹੂਮ ਇਜ਼ ਕੇਓਸ ਬੀਇੰਗ ਕ੍ਰੀਏਟਿਡ ਇਨ ਦੀ ਸਟਰੀਟਸ, ਠੀਕ ਹੈ। ਅੱਗੇ ਚਲਿਏ, फिर आ गया इंडियंस हैव प्रूव्ड देयर मेटल इन दी आईटी सैक्टर। आईटी सैक्टर मैंने इंफॉर्मेशन टैक्नोलॉजी, ठीक है। हुण प्रूव मैटल हुंदा बच्चों, प्रूव वंस मैटल हुंदा, मैटल दा हुंदा मतलब एक्चुअली हौसला, ताकत, हिम्मत, या जो कहते हैं उन्होंने अपना सिक्का जमा लिया है, या अपना उन्होंने जिहड़े हौसला है उन्होंने सिद्ध कर दिता है, ਉਹਦਾ ਨਾਂ ਖੱਟ ਲਿਆ है। सो इंडियंस हैव प्रूव्ड देयर मैटल इन दी आईटी सैक्टर, अर्थात भारतीय ने आईटी सैक्टर विच अपना ਨਾਂ बना लिया है।
अपना सिक्का जमा लिया है या अपनी होंद सिद्ध कर दी है। सो मैटल का मतलब होंगे बच्चों जोर, हौसला, हिम्मत, स्टैमिना, यह चीज़ां होंदियां, ठीक है। सो हैव प्रूव्ड का बन जाएगा बीन प्रूव्ड। मैटल क्योंकि सिंगुलर है, सो हैव द हैज बन जाएगा दी मैटल देयर मैटल हैज बीन प्रूव्ड बाय इंडियंस इन दी IT सेक्टर। फिर आ गया इंडियन ट्रूप्स अर्थात भारतीय फौजियों ने पुष्ट धक दिता दी इन्वेडर्स धाड़वियां नूं आउट ऑफ आवर सॉइल साडी जमीन तो बाहर, ठीक है। सो एक कितना बन जाएगा दी इन्वेडर्स वर पुष्ट का बन जाएगा वर पुष्ट, दी इन्वेडर्स वर पुष्ट आउट ऑफ आवर सॉइल बाय इंडियन ट्रूप्स, ठीक है। आगे चलिए, हुण आ गई 34। कैप्टन विक्रम बत्रा मेड दी सुप्रीम सैक्रीफाइस फॉर दी मदरलैंड। मदरलैंड मैंने मातृभूमि, सैक्रीफाइस मैंने कुर्बानी, सुप्रीम मैंने महान, ठीक है, वड्डी। सो दी सुप्रीम सैक्रीफाइस वाज मेड का बन जाएगा वाज मेड फॉर दी मदरलैंड बाय कैप्टन विक्रम बत्रा। बड़ा सौखा है बच्चों, सिर्फ ना करके वड्डा जो कैप्टन विक्रम बत्रा कितना वड्डा सेंटेंस ने यही जगह घेर ली, फिर सुप्रीम सैक्रीफाइस ने घेर ली, फिर फॉर दी मदरलैंड ने घेर ली। असल गल है मेड दी सैक्रीफाइस, सो मेड का बन जाएगा वाज मेड ते अगे सारा इत्थे जोड़ देना है जोड़ा है दी सुप्रीम सैक्रीफाइस वाज मेड फॉर दी मदरलैंड बाय कैप्टन विक्रम बत्रा। फ्लाइंग ऑफिसर निर्मलजीत सिंह हिट 2 एनिमी प्लेन्स। प्लेन मैंने जहाज, एनिमी मैंने दुश्मन, एनिमी प्लेन्स मैंने दुश्मनों के जहाज, हिट मैंने ठोके मतलब मार गिराए। सो फ्लाइंग ऑफिसर निर्मलजीत सिंह ने 2 दुश्मनी जहाज दुश्मनों के जहाज नूं ठोक दिता। सो 2 एनिमी प्लेन्स वर हिट दी सैकेंड फॉर्म ते थर्ड फॉर्म सेम रहिंदी है, हिट। सो 2 एनिमी प्लेन्स वर हिट बाय फ्लाइंग ऑफिसर निर्मलजीत सिंह। फिर वी नीड टू रिमेंबर दिस, सानू यह गल चेता रखने की लोड़ है, यदा मतलब वी नीड टू रिमेंबर दिस। इनू बच्चे 2 ढंग नाल लिख सकते हैं, वी नीड दिस टू बी रिमेंबर्ड, एक तो इदा कह सकते हैं, या दिस नीड्स टू बी रिमेंबर्ड बाय अस। दोनों तरीकों के नाल असी बी रिमेंबर्ड इत्थे भी आ गया तो बी रिमेंबर्ड भी इत्थे आ गया, ठीक है। सो वी नीड दिस टू बी रिमेंबर्ड या दिस नीड्स टू बी रिमेंबर्ड बाय अस, दोनों तरीकों नाल लिख सकते हैं। फिर मैलकॉम वाज अटैक्ड बाय द ग्रिजली बियर मैंने द रिच ते ग्रिजली बियर बच्चों नॉर्थ अमरीका विच शब्द जोड़ जड़ा है अखर जोड़ शब्द जोड़ वरत्या जाता है। ग्रिजली मैंने ब्राउन बियर भूरे रंग का वड्डा सारा रिच उन्होंने कहते हैं ग्रिजली बियर। सो मैलकॉम वाज अटैक्ड बाय द ग्रिजली बियर, हुण वाज अटैक्ड है ਇਹਦਾ मतलब की है पैसिव वॉइस है बड़ा। सो ਅਸੀਂ ਇਹਨੂੰ एक्टिव वॉइस ਵਿੱਚ करना जिथे वाज वर वगैरह उड़ जाएगा। सो ਇਹ बन जाएगा दी ग्रिजली बियर अटैक्ड मैलकॉम, यह बन गया एक्टिव वॉइस, ठीक है। असी वॉइस चेंज करनी है, पैसिव टू एक्टिव, एक्टिव टू पैसिव। भगत सिंह इज रिमेंबर्ड फॉर हिज सेल्फलेस सर्विस, इज रिमेंबर्ड है ना, इज बी जमा थर्ड फॉर्म आ जाए तो समझो पैसिव वॉइस है। तो बी के किहड़े रूप ने इज, एम, आर, वाज, वर, बीन, बीइंग, जिथे आ जाए यदा मतलब की है पैसिव वॉइस यूज हो रही है ना थर्ड फॉर्म आ जाता है। सो इज रिमेंबर्ड का मतलब ये है कि पैसिव वॉइस है। सो भगत सिंह इज रिमेंबर्ड फॉर हिज सेल्फलेस सर्विस, किहदे वल्लों याद किया जाता है नहीं लिखिया। सो इहदा सबजैक्ट जिहड़ा है वो हिडन है पर अंडरस्टूड है भी असी देश के लोग जिहड़े ने ਉਹਦੇ कुर्बानी नूं ਉਹਦਾ निष्काम सैल्फलैस होंदा है बच्चों निस्वार्थ निष्काम सैक्रीफाइस कुर्बानी सैल्फलैस सैक्रीफाइस का मतलब निष्काम कुर्बानी। सो भगत सिंह इज रिमेंबर्ड फॉर हिज सैल्फलैस सैक्रीफाइस का मतलब हो गया भगत सिंह जड़ा है अपनी निष्काम कुर्बानी लिए चेता किया जाता है। पर कौन चेते करता है, असी चेते करते हैं ना। सो इदा लिखांगे वी रिमेंबर भगत सिंह फॉर हिज सैल्फलैस सैक्रीफाइस। इज रिमेंबर देखो इज है ना तो प्रेजेंट टेंस है, सो रिमेंबर्ड का बन जाएगा रिमेंबर, वी रिमेंबर भगत सिंह फॉर हिज सेल्फलेस सर्विस, ठीक है। क्राफ्टी मैन कंडेम स्टडी, क्राफ्टी मैंने होंगे चालबाज लोग ठग लोग, क्राफ्टी मैंने ठग बंदे, कंडेम मैंने निंदा करते हैं टिचर करते हैं या उन्होंने रद्द करते हैं निखेधी करते हैं कि स्टडी नूं पढ़ाई नूं, क्योंकि ठग लोग जिहड़े ने वो कभी भी नहीं चाहते कि लोग पढ़ लिख के सियाने होण, जिहड़ा बंदा पढ़ाई तो सखना होएगा उन्होंने ठगना सौखा है। इस करके क्राफ्टी मैन कंडेम स्टडी, जिहड़े ठग लोग ने वो पढ़ाई नूं टीचरां करते हैं निंदते हैं, वह मजाक उड़ाते हैं, उन्होंने निखेधी करते हैं। सो स्टडी इज
condemned by crafty men। ठीक है, अर्थात ਜਿਹੜੀ ਪੜ੍ਹਾਈ ਹੈ ਵਿਦਿਆ ਹੈ ਉਹਦੀ ਠੱਗ ਬੰਦਿਆਂ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ। ਕੰਡੈਮ ਇਹਨਾਂ ਦੀ ਨਿਖੇਧੀ ਕਰਨੀ। I gave them many story books। I सब्जेक्ट हो गया, gave वर्ब हो गया, them ऑब्जेक्ट हो गया, फिर many more books ਇਹ ਦੂਜਾ ऑब्जेक्ट हो गया। सो दो ऑब्जेक्ट ने, एक है ਤੇ ਇੱਕ ਹੈ। ठीक है, ਹੁਣ ਦੋਨਾਂ ਰਾਹੀਂ ਕਰ ਸਕਦੇ ਹਾਂ। ਸੋ ਇਦਾਂ ਕਰਾਂਗੇ many story books were given, gave ਦਾ ਬਣ ਜਾਏਗਾ were given to them by me। ठीक है, ਜਾਂ ਫਿਰ ਅਸੀਂ ਇਧਰੋਂ ਸ਼ੁਰੂ ਕਰਾਂਗੇ them ਤੋਂ, they were given many story books by me। ਸੋ ਦੋਨੋਂ ਢੰਗ ਨਾਲ ਅਸੀਂ ਲਿਖ ਸਕਦੇ ਹਾਂ। अगला आ गया आखिरी, we must do more for our society। अर्थात सानू अपने समाज ਲਈ ਹੋਰ ਜ਼ਿਆਦਾ ਕਰਨਾ ਚਾਹੀਦਾ ਹੈ। सो more must be done। must do ਦਾ मतलब must do ਦਾ ਬਣ ਜਾਏਗਾ must be done। must ਕੀ ਹੈਗਾ ਬੱਚਿਓ, ਹੈ ਮੋਡਲ ਹੈਗਾ। ਜਿੱਥੇ ਮੋਡਲ ਆ ਜਾਏ ਉੱਥੇ be ਲਗਾ ਕੇ ਨਾਲ ਥਰਡ ਫਾਰਮ ਲਗਾਣੀ ਹੈ। must be, can be, could be, will be, shall be, should be। ठीक है, ought to be। सो इस तरह ख्याल रखना है। सो मोर मस्ट बी डन बाय अस फॉर अवर सोसाइटी। ठीक है, फिर आ गया अवर मीडिया मस्ट क्रिएट मोर फॉर पब्लिक अवेयरनेस ऑन GST। GST का मतलब होता है गुड्स एंड सर्विसेज टैक्स। ठीक है, सो पब्लिक अवेयरनेस में होता है जनतक बई जनता की जागरूकता। सो साडे मीडिया नूं होर ज़्यादा कुछ सिरजनात्मक काम करना चाहिए है पब्लिक दे विच GST के प्रति जागरूकता लियाउण लई। सो उन्हें किद्दां कहांगे, मोर मस्ट बी क्रिएटेड बाय आवर मीडिया, काहदे लई, फॉर पब्लिक अवेयरनेस ऑन GST। फिर आ गया बच्चों डीमोनेटाइजेशन हैज हार्म द इंटरेस्ट ऑफ द करप्ट। करप्ट होंदे भ्रिष्ट लोग, दी करप्ट भ्रिष्ट लोग, इंटरेस्ट मैंने उन्होंने स्वार्थ, हार्म मैंने नुकसान पहुँचाया है। अर्थात नोटबंदी ने भ्रिष्ट लोगों के स्वार्थ नूं नुकसान पहुँचाया। हुण बच्चों देखो, यह बड़ी हैरानी वाली गल है भी तुहाडी स्कूल की किताब राही भी सरकार अपना प्रचार करती पई है, पर मेरा फर्ज बनता है कि मैं तुहानूं नेरे विच ना रखां ते तुसीं सरकार पक्षी प्रचार के शिकार ना हो। नोटबंदी बच्चिओ इन्हें करीब 100 लोग मर गए सीगे ते नोटबंदी की सारे अर्थशास्त्रियों ने, हिंदुस्तान के भी ते दुनिया भर के सारे अर्थशास्त्रियों ने इसकी निंदा की ते इसकी निखेधी की और बड़ा इकोदम फेलियर लिया। ते पिछे जे BJP ने नरेंद्र मोदी जो प्राइम मिनिस्टर ने साडे, ਉਹਦਾ जो सियासी काल है 20 साल का, उस दौरान ਉਹਦੀਆਂ 20 उपलब्धियां जारी कीतियां। 20 उपलब्धियां भी नरेंद्र मोदी ने अपने 20 साल के सियासी जीवन में 20 ਵੱਡੇ काम ਕਿਹੜੇ ਕੀਤੇ। ਤੇ ਬੱਚੋ ਤੁਸੀਂ ਹੈਰਾਨ ਹੋਵੋਗੇ ਉਹਨਾਂ 20 ਕੰਮਾਂ ਵਿੱਚ ਡੀਮੋਨੇਟਾਈਜੇਸ਼ਨ ਦਾ ਬਿਲਕੁਲ ਵੀ ਨਾਂ ਨਹੀਂ ਹੈਗਾ। ਇਹਦਾ ਮਤਲਬ ਕਿ BJP ਵਾਲੇ ਖੁਦ ਮੰਨਦੇ ਨੇ ਕਿ ਇਹ ਡੀਮੋਨੇਟਾਈਜੇਸ਼ਨ ਇੱਕ ਬਹੁਤ ਵੱਡੀ ਗਲਤੀ ਸੀ ਜਾਂ ਬਹੁਤ ਵੱਡਾ ਸਕੈਮ ਸੀ। ਸੋ ਡੀਮੋਨੇਟਾਈਜੇਸ਼ਨ ਦੇ ਨਾਲ ਕਿਹਾ ਸੀ ਬਲੈਕ ਦੀ ਮਨੀ ਘਟੇਗੀ, ਬਲੈਕ ਦੀ ਮਨੀ ਜ਼ਿਆਦਾ ਵਧੀ ਹੈ, ਤੇ ਇਹ ਵੀ ਕਿਹਾ ਸੀ ਕਰਪਸ਼ਨ ਘਟੇਗੀ, ਕਰਪਸ਼ਨ ਵਧੀ ਹੈ। ਠੀਕ ਹੈ, ਸੋ ਜਿਹੜੇ ਵੀ ਕੰਮ ਕਹੇ ਸੀਗੇ ਇਹਦੇ ਵਾਸਤੇ ਕੁਝ ਨਹੀਂ ਹੋਇਆ। ਤੇ ਦੂਜੀ ਗੱਲ ਹੈ, ਅਗਰ ਇਹ ਇੰਨਾ ਵਧੀਆ ਕੰਮ ਹੁੰਦਾ ਤੇ ਦੁਨੀਆ ਦੇ ਹੋਰ ਦੇਸ਼ਾਂ ਨੇ ਵੀ ਇਹਨੂੰ ਅਪਣਾਉਣਾ ਸੀਗਾ। ਕਿਸੇ ਨੇ ਵੀ ਇਸ ਡੀਮੋਨੇਟਾਈਜੇਸ਼ਨ ਨਹੀਂ ਅਪਣਾਇਆ ਤੇ ਇਹਦੇ ਬਾਰੇ ਖੁੱਲ੍ਹ ਕੇ ਉਹਨਾਂ ਨੇ ਚਰਚਾ ਕੀਤੀ ਕਿ ਡੀਮੋਨੇਟਾਈਜੇਸ਼ਨ ਨੇ ਸਾਡੇ ਅਰਥਸ਼ਾਸਤਰ ਦਾ ਢਾਂਚਾ ਸੀਗਾ ਉਹਨੂੰ ਚਕਨਾਚੂਰ ਕਰਕੇ ਰੱਖ ਦਿੱਤਾ ਤੇ 2% ਜਿਹੜੀ GDP ਹੈ ਉਹਦਾ ਸਾਡਾ ਅਗਲੇ ਸਾਲ ਨੁਕਸਾਨ ਹੋਇਆ। ਤੇ ਕਿੰਨੇ ਹੀ ਲੋਕ ਜਿਹੜੇ ਗਰੀਬ ਸੀ ਵਿਚਾਰੇ ਉਹ ਮਾਰੇ ਵੀ ਗਏ ਤੇ ਕਈ ਜਿਹੜੇ ਛੋਟੇ ਛੋਟੇ ਦੁਕਾਨਦਾਰ ਗਰੀਬ ਬੰਦੇ ਸੀਗੇ ਉਹ ਪੂਰੀ ਤਰ੍ਹਾਂ ਆਰਥਿਕ ਤੌਰ ਤੇ ਉੱਜੜ ਗਏ, ਤਬਾਹ ਹੋ ਗਏ, ਉਹਨਾਂ ਦਾ ਕੰਮਕਾਰ ਖਤਮ ਹੋ ਗਿਆ। ਸੋ ਡੀਮੋਨੇਟਾਈਜੇਸ਼ਨ ਨੇ ਸਿਰਫ ਫਾਇਦਾ ਕੀਤਾ ਜਿਹੜੇ ਬਲੈਕ ਮਾਰਕੀਟ ਵਾਲੇ ਬੰਦੇ ਸੀ, ਭ੍ਰਿਸ਼ਟ ਲੋਕ ਸੀਗੇ, ਨੇਤਾ ਲੋਕ ਸੀਗੇ ਜਾਂ ਵੱਡੇ ਵਪਾਰੀ ਲੋਕ ਸੀਗੇ, ਸਿਰਫ ਉਹਨਾਂ ਨੂੰ ਫਾਇਦਾ ਹੋਇਆ। ਆਮ ਲੋਕਾਂ ਨੂੰ ਇਹਦਾ ਨੁਕਸਾਨ ਹੀ ਹੋਇਆ। ਪਰ ਕਿਉਂਕਿ ਹੁਣ ਚਲੋ ਸੈਂਟੈਂਸ ਹੈਗਾ ਤੇ ਵੈਸੇ ਤਾਂ ਅੰਗਰੇਜ਼ੀ ਦੀ ਗੱਲ ਹੈ ਸਾਰੀ ਸੈਂਟੈਂਸ ਦੀ, ਪਰ ਇਹ ਦੁੱਖ ਦੀ ਗੱਲ ਹੈ ਕਿ ਗ੍ਰਾਮਰ ਦੀ ਕਿਤਾਬ ਵਿੱਚ ਵੀ ਸਰਕਾਰ ਨੇ ਆਪਣਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਗਲਤ ਹੈ। ਸੋ ਖੈਰ ਅਸੀਂ ਹੁਣ ਇਹਦਾ ਅੰਗਰੇਜ਼ੀ ਵਾਲਾ ਪੱਖ ਦੇਖੀਏ। ਸੋ ਹੈਜ਼ ਹਾਰਮਡ ਦਾ ਬਣ ਜਾਏਗਾ ਬੀਨ ਹਾਰਮਡ, ਕਿਉਂਕਿ ਹੈਜ਼ ਦਾ ਬਣ ਜਾਏਗਾ ਹੈਵ, ਕਿਉਂਕਿ ਇੰਟਰਸਟ ਜਿਹੜੇ ਹੈਗੇ ਨੇ ਉਹ ਬਹੁਵਚਨ ਹੈ। ਸੋ ਇਹਦਾ ਬਣ ਜਾਏਗਾ ਦੀ ਇੰਟਰਸਟਸ ਆਫ ਦੀ ਕਰਪਟ have been harmed by demonetization। ठीक है बच्चों जी, सो ਇਹ ਸੀ ਬੱਚਿਓ ਤੁਹਾਡੀ ਐਕਸਰਸਾਈਜ਼ ਆਖਰੀ 3 ਤੇ ਇਹਦੇ ਨਾਲ ਜਿਹੜਾ ਤੁਹਾਡਾ ਚੈਪਟਰ ਹੈਗਾ 8 ਚੇਂਜ ਆਫ ਵੌਇਸ ਇਸ ਵੀਡੀਓ ਦੇ ਨਾਲ ਇੱਥੇ ਸਮਾਪਤ ਹੁੰਦਾ ਹੈ। ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਮਨ ਲਗਾ ਕੇ ਅਨੁਸ਼ਾਸਨ ਦੇ ਨਾਲ ਤੇ ਨੇਮ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ
ਤੇ ਪਰਮਾਤਮਾ ਤੁਹਾਨੂੰ ਬਹੁਤੀਆਂ ਤਰੱਕੀਆਂ ਬਖਸ਼ੇ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।